ਜਦੋਂ ਇੱਕ ਗਰੀਬ ਖੇਤ ਮਜ਼ਦੂਰ ਦੇ ਘਰ ਇੱਕ ਲੜਕੇ ਨੇ ਜਨਮ ਲਿਆ, ਕਿਸੇ ਨੂੰ ਵੀ ਗੁਮਾਨ ਨਹੀਂ ਸੀ ਕਿ ਇਹ ਨਾਂ ਸੱਦਾਮ ਹੁਸੈਨ ਕਦੇ ਇਰਾਕ ਦੇ ਰਾਸ਼ਟਰਪਤੀ ਦੇ ਤੌਰ ਤੇ ਦੁਨੀਆ ਭਰ ਵਿੱਚ ਜਾਣਿਆ ਜਾਵੇਗਾ। ਪਰ ਉਸ ਦੀ ਜ਼ਿੰਦਗੀ ਕਿਸੇ ਕਹਾਣੀ ਨਾਲੋਂ ਘੱਟ ਨਹੀਂ। ਸੱਦਾਮ ਦੀ ਪਹਿਚਾਣ ਸਿਰਫ ਇੱਕ ਸ਼ਾਸਕ ਤੱਕ ਸੀਮਿਤ ਨਹੀਂ ਸੀ, ਉਹ ਇੱਕ ਦ੍ਰਿੜ ਅਤੇ ਵਿਵਾਦਾਸਪਦ ਸ਼ਖਸੀਅਤ ਵੀ ਸੀ। 28 ਅਪ੍ਰੈਲ 1937 ਨੂੰ ਇਰਾਕ ਦੇ ਤਿਕਰਿਤ ਨਗਰ ਦੇ ਇੱਕ ਗਰੀਬ ਖੇਤ ਮਜ਼ਦੂਰ ਪਰਿਵਾਰ ਵਿੱਚ ਸੱਦਾਮ ਹੁਸੈਨ ਦਾ ਜਨਮ ਹੋਇਆ। ਤਿਕਰਿਤ ਦਾ ਇਹ ਛੋਟਾ ਪਿੰਡ, ਜੋ ਫਿਰਾਟ ਨਦੀ ਦੇ ਨੇੜੇ ਸਥਿਤ ਹੈ, ਉਸੇ ਜਗ੍ਹਾ ਦੀ ਗਵਾਹੀ ਹੈ ਜਿੱਥੇ ਸੱਦਾਮ ਨੇ ਗਰੀਬੀ ਅਤੇ ਮੁਸ਼ਕਲਾਂ ਦੇ ਵਿਚਕਾਰ ਆਪਣੇ ਬਚਪਨ ਦੀ ਸ਼ੁਰੂਆਤ ਕੀਤੀ। ਸੱਦਾਮ ਦੇ ਪਿਤਾ ਉਸ ਦੇ ਜਨਮ ਤੋਂ ਪਹਿਲਾਂ ਹੀ ਦੇਹਾਂਤ ਕਰ ਗਏ ਸਨ। ਉਸ ਦੀ ਮਾਂ ਸੁਬਾ ਤੁਲਫਾ ਨੇ ਸੱਦਾਮ ਨੂੰ ਇਕੱਲਿਆਂ ਪਾਲਿਆ। ਮਾਂ ਦੀਆਂ ਵੱਡੀਆਂ ਮਿਹਨਤਾਂ ਦੇ ਬਾਵਜੂਦ ਸੱਦਾਮ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਿਆ। ਉਸ ਦੀ ਵਿਦਿਆਰਥੀ ਜ਼ਿੰਦਗੀ ਬਹੁਤ ਮੁਸ਼ਕਲਾਂ ਭਰੀ ਸੀ, ਪਰ ਬਚਪਨ ਤੋਂ ਹੀ ਉਹ ਦ੍ਰਿੜ ਦਿਲ ਦੇ ਮਾਲਕ ਸਨ। ਸੱਦਾਮ ਨੇ ਇੱਥੋਂ ਹੀ ਸਿੱਖਿਆ ਪ੍ਰਾਪਤ ਕੀਤੀ ਕਿ ਗਰੀਬੀ ਅਤੇ ਸਮਾਜਿਕ ਮੋਚੇ ਉਸ ਦੇ ਹੌਸਲੇ ਨੂੰ ਨਹੀਂ ਹਰਾ ਸਕਦੇ। ਬਚਪਨ ਤੋਂ ਹੀ ਸੱਦਾਮ ਨੇ ਸਮਾਜ ਵਿੱਚ ਆ ਰਹੇ ਬਦਲਾਅ ਅਤੇ ਰਾਜਨੀਤਿਕ ਹਲਚਲਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਹ ਅਰਬ ਲੋਕਾਂ ਦੀ ਸੱਭਿਆਚਾਰਕ ਅਤੇ ਰਾਜਨੀਤਿਕ ਇਕਤਾ ਦੇ ਪ੍ਰੇਮੀ ਸਨ। 1957 ਵਿੱਚ 20 ਸਾਲ ਦੀ ਉਮਰ ਵਿੱਚ ਉਹ ਬਾਥ ਪਾਰਟੀ ਵਿੱਚ ਸ਼ਾਮਲ ਹੋਇਆ। ਇਹ ਪਾਰਟੀ ਅਰਬ ਸਮਾਜਵਾਦ ਅਤੇ ਇਕਤਾ ਦੇ ਮੁੱਖ ਨਾਅਰੇ ਨਾਲ ਮਸ਼ਹੂਰ ਸੀ। ਬਾਥ ਪਾਰਟੀ ਦਾ ਹਿੱਸਾ ਬਣ ਕੇ ਸੱਦਾਮ ਨੇ ਰਾਜਨੀਤਿਕ ਦਲੀਲਾਂ ਨੂੰ ਸਮਝਿਆ ਅਤੇ ਆਪਣੇ ਵਿਚਾਰ ਪੱਕੇ ਕੀਤੇ। 1968 ਵਿੱਚ ਇਰਾਕ ਵਿੱਚ ਬਾਥ ਪਾਰਟੀ ਦੀ ਸਰਕਾਰ ਦਾ ਕਾਇਮ ਹੋਣਾ ਸੱਦਾਮ ਦੇ ਲਈ ਇੱਕ ਵੱਡਾ ਮੋੜਵਾਨ ਪਲ ਸੀ। ਸੱਦਾਮ ਨੇ ਧੀਰੇ-ਧੀਰੇ ਪਾਰਟੀ ਵਿੱਚ ਆਪਣਾ ਰੁਤਬਾ ਬਣਾਇਆ ਅਤੇ 1979 ਵਿੱਚ ਇਰਾਕ ਦੇ ਰਾਸ਼ਟਰਪਤੀ ਦੇ ਤੌਰ ਤੇ ਅਹੁਦਾ ਸੰਭਾਲਿਆ। ਰਾਸ਼ਟਰਪਤੀ ਬਣਨ ਤੋਂ ਬਾਅਦ ਸੱਦਾਮ ਹੁਸੈਨ ਨੇ ਇਰਾਕ ਨੂੰ ਇੱਕ ਮਜ਼ਬੂਤ ਦੇਸ਼ ਬਣਾਉਣ ਲਈ ਕਈ ਮੁਹਿੰਮਾਂ ਚਲਾਈਆਂ। ਉਸਨੇ ਇਰਾਕ ਦੇ ਤੇਲ ਉਦਯੋਗ ਨੂੰ ਰਾਸ਼ਟਰੀਕਰਨ ਕੀਤਾ, ਜਿਸ ਨੇ ਦੇਸ਼ ਦੀ ਆਰਥਿਕਤਾ ਨੂੰ ਬਹੁਤ ਸਾਰੇ ਨਵੇਂ ਮੌਕੇ ਦਿੱਤੇ। ਸਿੱਖਿਆ, ਸਵਾਸਥ ਸੇਵਾਵਾਂ ਅਤੇ ਆਧੁਨਿਕ ਸੰਸਥਾਵਾਂ ਦੇ ਵਿਕਾਸ ਲਈ ਕਈ ਪ੍ਰੋਜੈਕਟ ਲਾਂਚ ਕੀਤੇ ਗਏ। ਪਰ ਸੱਦਾਮ ਦੀ ਸ਼ਾਸਨ ਪ੍ਰਣਾਲੀ ਅਕਸਰ ਸਖਤ ਅਤੇ ਕਈ ਵਾਰ ਕਰੂਰ ਮੰਨੀ ਗਈ। ਜਿਨ੍ਹਾਂ ਨੇ ਉਸ ਦੇ ਨੀਤੀਆਂ ਦਾ ਵਿਰੋਧ ਕੀਤਾ, ਉਹਨਾਂ ਨੂੰ ਦਬਾਉਣ ਲਈ ਸੱਦਾਮ ਨੇ ਕਈ ਵਾਰ ਰਿਆਇਤ ਤੋਂ ਬਿਨਾਂ ਕਾਰਵਾਈ ਕੀਤੀ। ਇਰਾਕ ਅਤੇ ਈਰਾਨ ਦੀ ਜੰਗ ਇਰਾਕ ਦੇ ਰਾਜਨੀਤਿਕ ਅਤੇ ਸੈਨਿਕ ਇਤਿਹਾਸ ਵਿੱਚ ਸਭ ਤੋਂ ਵੱਡੀ ਸੰਘਰਸ਼ ਸੀ। ਸੱਦਾਮ ਨੇ ਈਰਾਨ ਤੇ ਹਮਲਾ ਕੀਤਾ, ਪਰ ਜੰਗ ਲਗਭਗ 8 ਸਾਲ ਤੱਕ ਚੱਲੀ। ਇਸ ਵਿੱਚ ਕਈ ਲੋਕ ਮਾਰੇ ਗਏ ਅਤੇ ਇਰਾਕ ਦੀ ਆਰਥਿਕਤਾ ਨੂੰ ਕਾਫੀ ਨੁਕਸਾਨ ਪਹੁੰਚਿਆ। ਸੱਦਾਮ ਨੇ 1990 ਵਿੱਚ ਕੁਵੈਤ ਤੇ ਕਬਜ਼ਾ ਕਰ ਲਿਆ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਕੁਵੈਤ ਇਰਾਕ ਦਾ ਹਿੱਸਾ ਹੈ। ਇਹ ਹਮਲਾ ਅੰਤਰਰਾਸ਼ਟਰੀ ਵਿਵਾਦ ਬਣਿਆ। ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਇਸ ਦੇ ਖਿਲਾਫ ਕਾਰਵਾਈ ਕੀਤੀ, ਜਿਸ ਨਾਲ ਸੱਦਾਮ ਦੀ ਫੌਜ ਨੂੰ ਹਾਰ ਸਹਿਣੀ ਪਈ। ਸੱਦਾਮ ਹੁਸੈਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿਚਾਲੇ ਤਣਾਅ 1990 ਤੋਂ 91 ਦੇ ਗਲਫ ਯੁੱਧ ਤੋਂ ਬਾਅਦ ਦਿਨੋ-ਦਿਨ ਵੱਧਦਾ ਗਿਆ। ਸੱਦਾਮ ਦੀ ਰਾਜਨੀਤਿਕ ਪਛਾਣ ਇੱਕ ਸਖਤ ਅਤੇ ਕਈ ਵਾਰ ਕਰੂਰ ਨੇਤਾ ਦੇ ਰੂਪ ਵਿੱਚ ਹੋ ਚੁੱਕੀ ਸੀ। 9/11 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਸੱਦਾਮ ਹੁਸੈਨ ਨੂੰ ਅਨੁਸ਼ਾਸਨਹੀਣਤਾ ਅਤੇ ਮੱਧ ਪੂਰਬ ਵਿੱਚ ਸਥਿਰਤਾ ਲਈ ਇੱਕ ਵੱਡੇ ਖਤਰੇ ਦੇ ਤੌਰ ਤੇ ਪੇਸ਼ ਕੀਤਾ। ਇਹ ਸਾਰਾ ਦੌਰ ਇਤਿਹਾਸਿਕ, ਰਾਜਨੀਤਿਕ ਅਤੇ ਜੰਗੀ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਸੀ। 2002 ਤੋਂ 03 ਦੇ ਸਮੇਂ ਵਿੱਚ ਅਮਰੀਕਾ ਅਤੇ ਯੂਕੇ ਦੀਆਂ ਸਰਕਾਰਾਂ ਨੇ ਦੋਸ਼ ਲਗਾਇਆ ਕਿ ਇਰਾਕ ਰਸਾਇਣਿਕ, ਜੈਵਿਕ ਅਤੇ ਨਿਊਕਲੀਅਰ ਹਥਿਆਰਾਂ ਨੂੰ ਪੈਦਾ ਕਰ ਰਿਹਾ ਹੈ। ਸੱਦਾਮ ਹੁਸੈਨ ਦੀ ਸਰਕਾਰ ਦੇ ਉੱਤੇ ਇਹ ਵੀ ਦੋਸ਼ ਲਗਾਇਆ ਗਿਆ ਕਿ ਉਹ ਅਲ-ਕਾਇਦਾ ਜਿਹੇ ਆਤੰਕਵਾਦੀ ਸਮੂਹਾਂ ਨਾਲ ਸੰਬੰਧ ਰੱਖਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਕਈ ਦੇਸ਼ਾਂ ਨੇ ਇਹਨਾਂ ਦੋਸ਼ਾਂ ਦੀ ਪੂਰੀ ਤਸਦੀਕ ਨਹੀਂ ਕੀਤੀ। ਸੰਯੁਕਤ ਰਾਸ਼ਟਰ ਦੇ ਹਥਿਆਰ ਨਿਰੀਖਣ ਮਿਸ਼ਨ ਨੂੰ ਸੱਦਾਮ ਦੀ ਸਰਕਾਰ ਨੇ ਇਰਾਕ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ, ਪਰ ਉਹਨਾਂ ਨੂੰ ਕੋਈ ਭਾਰੀ ਰਸਾਇਣਿਕ ਜਾਂ ਨਿਊਕਲੀਅਰ ਹਥਿਆਰ ਨਹੀਂ ਮਿਲੇ। ਫਿਰ ਵੀ ਅਮਰੀਕਾ ਨੇ 2003 ਵਿੱਚ ਇਰਾਕ ਤੇ ਹਮਲੇ ਦਾ ਫੈਸਲਾ ਕੀਤਾ। ਮਾਰਚ 2003 ਵਿੱਚ ਅਮਰੀਕਾ ਨੇ ਬ੍ਰਿਟੇਨ ਅਤੇ ਕੁਝ ਹੋਰ ਗੱਠਜੋੜ ਦੇ ਸਾਥੀਆਂ ਦੇ ਨਾਲ ਮਿਲ ਕੇ ਆਪਰੇਸ਼ਨ ਇਰਾਕੀ ਫਰੀडम ਦੀ ਸ਼ੁਰੂਆਤ ਕੀਤੀ। ਇਸ ਹਮਲੇ ਦਾ ਮੁੱਖ ਲਕਸ਼ ਸੱਦਾਮ ਹੁਸੈਨ ਦੀ ਹਕੂਮਤ ਨੂੰ ਢਾਉਣਾ ਅਤੇ ਇਰਾਕ ਨੂੰ ਆਜ਼ਾਦ ਕਰਨਾ ਸੀ। ਹਮਲੇ ਦੀ ਸ਼ੁਰੂਆਤ ਵਿੱਚ ਹੀ ਅਮਰੀਕੀ ਅਤੇ ਯੂਕੇ ਫੌਜਾਂ ਨੇ ਇਰਾਕ ਦੇ ਮੁੱਖ ਸ਼ਹਿਰਾਂ ਤੇ ਜਲਦੀ ਕਬਜ਼ਾ ਕਰ ਲਿਆ। 9 ਅਪ੍ਰੈਲ 2003 ਨੂੰ ਬਗਦਾਦ ਤੇ ਕਬਜ਼ਾ ਕਰ ਲਿਆ ਗਿਆ। ਸੱਦਾਮ ਦੀ ਹਕੂਮਤ ਕੁਝ ਹੀ ਹਫ਼ਤਿਆਂ ਵਿੱਚ ਡਿੱਗ ਗਈ। ਹਕੂਮਤ ਢਾਉਣ ਤੋਂ ਬਾਅਦ ਸੱਦਾਮ ਹੁਸੈਨ ਨੂੰ ਗ੍ਰਿਫਤਾਰ ਕਰਨ ਲਈ ਵੱਡੇ ਪੱਧਰ ਤੇ ਖੋਜ ਸ਼ੁਰੂ ਕੀਤੀ ਗਈ।
2 ਸਾਲ ਤੱਕ ਸੱਦਾਮ ਲੁਕੇ ਰਹੇ। 13 ਦਸੰਬਰ 2003 ਨੂੰ ਅਮਰੀਕੀ ਫੌਜ ਨੇ ਉਸ ਨੂੰ ਤਿਕਰਿਤ ਦੇ ਨੇੜੇ ਇੱਕ ਮਿੱਟੀ ਦੇ ਬੰਕਰ ਵਿੱਚ ਲੁਕਦੇ ਹੋਏ ਗ੍ਰਿਫਤਾਰ ਕਰ ਲਿਆ। ਉਸ ਨੂੰ ਗ੍ਰਿਫਤਾਰੀ ਦੇ ਸਮੇਂ ਬਿਨਾਂ ਕਿਸੇ ਵਿਰੋਧ ਦੇ ਪਕੜਿਆ ਗਿਆ। ਗ੍ਰਿਫਤਾਰੀ ਤੋਂ ਬਾਅਦ ਸੱਦਾਮ ਤੇ ਮੁੱਖ ਦੋਸ਼ 1982 ਦੇ ਦੁਜਾਇਲ ਕਤਲ ਆਮ ਦਾ ਲਾਇਆ ਗਿਆ। ਇਸ ਮਾਮਲੇ ਵਿੱਚ ਸੱਦਾਮ ਤੇ ਦੋਸ਼ ਲਗਾਇਆ ਗਿਆ ਕਿ ਉਸਨੇ ਦੁਜਾਇਲ ਨਗਰ ਵਿੱਚ ਸ਼ੀਆ ਮੁਸਲਮਾਨਾਂ ਦੇ ਵਿਰੋਧ ਦਾ ਬਦਲਾ ਲੈਣ ਲਈ 148 ਲੋਕਾਂ ਦੀ ਹੱਤਿਆ ਦਾ ਹੁਕਮ ਦਿੱਤਾ। ਇਸ ਦੌਰਾਨ ਕਈ ਲੋਕਾਂ ਨੂੰ ਗ੍ਰਿਫਤਾਰ ਕਰਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਇਰਾਕ ਦੀ ਵਿਸ਼ੇਸ਼ ਟ੍ਰਾਈਬੂਨਲ ਨੇ ਸੱਦਾਮ ਦੇ ਖਿਲਾਫ ਮੁਕੱਦਮਾ ਚਲਾਇਆ। ਮੁਕੱਦਮੇ ਦੌਰਾਨ ਸੱਦਾਮ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਵਾਲ ਚੁੱਕਦੇ ਹੋਏ ਮੰਨਣ ਤੋਂ ਇਨਕਾਰ ਕੀਤਾ। ਉਸਨੇ ਕਿਹਾ ਕਿ ਉਹ ਇਰਾਕ ਦਾ ਕਾਨੂੰਨੀ ਨੇਤਾ ਹੈ ਤੇ ਇਹ ਸਾਰਾ ਕਾਰਵਾਈ ਅਮਰੀਕਾ ਦੀ ਸਿਆਸੀ ਚਾਲ ਹੈ। ਨਵੰਬਰ 2006 ਵਿੱਚ ਸੱਦਾਮ ਹੁਸੈਨ ਨੂੰ ਮਾਨਵਤਾ ਵਿਰੋਧੀ ਅਪਰਾਧਾਂ ਦਾ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਫਾਂਸੀ ਦੀ ਸਜ਼ਾ ਸੁਣਾਈ ਗਈ। ਸੱਦਾਮ ਹੁਸੈਨ ਨੂੰ 30 ਦਸੰਬਰ 2006 ਨੂੰ ਬਗਦਾਦ ਦੇ ਇੱਕ ਗੁਪਤ ਜੇਲ੍ਹ ਵਿੱਚ ਸਵੇਰੇ ਫਾਂਸੀ ਦਿੱਤੀ ਗਈ। ਇਸ ਦੌਰਾਨ ਮੌਜੂਦ ਕੁਝ ਲੋਕਾਂ ਨੇ ਫਾਂਸੀ ਦੀ ਘਟਨਾ ਨੂੰ ਫੋਨ ਕੈਮਰੇ ਦੇ ਨਾਲ ਰਿਕਾਰਡ ਕੀਤਾ। ਇਹ ਵੀਡੀਓ ਅਤੇ ਤਸਵੀਰਾਂ ਬਾਅਦ ਵਿੱਚ ਲੀਕ ਹੋ ਗਈਆਂ, ਜਿਸ ਨੇ ਵਿਸ਼ਵ ਪੱਧਰ ਤੇ ਵੱਡਾ ਵਿਵਾਦ ਖੜਾ ਕਰ ਦਿੱਤਾ। ਸੱਦਾਮ ਨੇ ਫਾਂਸੀ ਤੋਂ ਪਹਿਲਾਂ ਹੌਸਲੇ ਨਾਲ ਆਪਣੀ ਮੌਤ ਦਾ ਸਾਹਮਣਾ ਕੀਤਾ। ਉਸਨੇ ਕੋਈ ਵੀ ਪਛਤਾਵਾ ਨਹੀਂ ਦਿਖਾਇਆ ਅਤੇ ਆਪਣੇ ਆਪ ਨੂੰ ਅਮਰੀਕੀ ਸਾਜ਼ਿਸ਼ ਦਾ ਸ਼ਿਕਾਰ ਦੱਸਿਆ। ਸੱਦਾਮ ਦੀ ਫਾਂਸੀ ਨੂੰ ਲੈ ਕੇ ਦੁਨੀਆ ਭਰ ਵਿੱਚ ਮਿਲੀ ਜੁਲੀ ਪ੍ਰਤੀਕਿਰਿਆ ਰਹੀ। ਕਈ ਲੋਕਾਂ ਨੇ ਸੱਦਾਮ ਨੂੰ ਆਪਣਾ ਮਸੀਹਾ ਮੰਨਿਆ। ਉਹਨਾਂ ਦੇ ਅਨੁਸਾਰ ਸੱਦਾਮ ਦੀ ਫਾਂਸੀ ਅਮਰੀਕਾ ਦੀ ਸਿਆਸੀ ਅਤੇ ਰਾਜਨੀਤਿਕ ਚਾਲ ਦਾ ਨਤੀਜਾ ਸੀ। ਇਸ ਦੇ ਉਲਟ ਉਹ ਲੋਕ ਜਿਨ੍ਹਾਂ ਨੇ ਸੱਦਾਮ ਦੇ ਰਾਜ ਦੌਰਾਨ ਤਸ਼ੱਦਦ ਦਾ ਸਾਹਮਣਾ ਕੀਤਾ, ਉਹਨਾਂ ਨੇ ਇਸ ਨੂੰ ਇਨਸਾਫ ਦੀ ਜਿੱਤ ਦੱਸਿਆ। ਸੱਦਾਮ ਹੁਸੈਨ ਦੀ ਫਾਂਸੀ ਨਾਲ ਇਰਾਕ ਦੇ ਇੱਕ ਯੁੱਗ ਦਾ ਅੰਤ ਹੋਇਆ। ਉਸ ਦੀ ਕਹਾਣੀ ਸਿਰਫ ਇੱਕ ਸ਼ਖਸੀਅਤ ਦੀ ਨਹੀਂ ਹੈ, ਸਗੋਂ ਇਹ ਸਿਖਾਉਂਦੀ ਹੈ ਕਿ ਤਾਕਤ ਅਤੇ ਰਾਜਨੀਤਿਕ ਸਥਿਰਤਾ ਦੇ ਨਾਲ ਨਿਰਮਮਤਾ ਅਤੇ ਅਨੁਸ਼ਾਸਨਹੀਨਤਾ ਕਿਵੇਂ ਕਿਸੇ ਦੇਸ਼ ਨੂੰ ਤਬਾਹ ਕਰ ਸਕਦੀ ਹੈ।